In today's video, we are going to discuss about hybridization examples. Okay, examples ਜਿਹੜੀਆਂ ਉਹ ਆਪਾਂ ਡਿਸਕਸ ਕਰਾਂਗੇ ਜਿਹੜੀਆਂ ਵੀ ਹੈਗੀਆਂ ਤਾਂ ਹਾਈਬ੍ਰਿਡਾਈਜੇਸ਼ਨ ਦੀਆਂ ਜਿਹੜੀਆਂ ਐਗਜ਼ਾਮਪਲਸ ਆਪਣੇ ਕੋਲੇ ਰਜੇ ਜਿਵੇਂ ਆਪਣੇ ਕੋਲੇ ਸਭ ਤੋਂ ਪਹਿਲੀ ਟਾਈਪ ਹੈ SP ਹਾਈਬ੍ਰਿਡਾਈਜੇਸ਼ਨ। ਠੀਕ ਹੈ, ਕੋਈ ਵੀ ਹਾਈਬ੍ਰਿਡਾਈਜੇਸ਼ਨ ਜਿਹੜੀ ਹੁੰਦੀ ਹੈ ਆਪਣੇ ਕੋਲੇ SP ਮੀਨਸ ਇਹਦੇ ਵਿੱਚ ਜਿੰਨੀ ਪਾਵਰ ਹੁੰਦੀ ਆ ਉਹੀ ਜਿਹੜੇ ਹੈਗੇ ਆ ਔਰਬਿਟਲਸ ਉਹ ਆਪਣੇ ਕੋਲੇ ਕੀ ਕਰਦੇ ਆ ਪਾਰਟੀਸੀਪੇਟ ਕਰਦੇ ਆ ਹਾਈਬ੍ਰਿਡਾਈਜੇਸ਼ਨ ਦੇ ਵਿੱਚ। SP ਆ ਇਹਦਾ ਮਤਲਬ ਇੱਕ S ਤੇ ਇੱਕ P ਅਟੋਮਿਕ ਔਰਬਿਟਲ ਕੰਬਾਈਨ ਹੋਏ ਆ। ਜਿਵੇਂ ਇੱਕ S ਹੋ ਗਿਆ ਇੱਕ P ਹੋ ਗਿਆ, ਇੱਕ S ਆ ਇੱਕ P ਆ, ਟੋਟਲ ਕਿੰਨੇ ਕੰਬਾਈਨ ਹੋ ਰਹੇ ਆ 2 ਔਰਬਿਟਲ। ਤੇ ਆਪਾਂ ਇਹੀ ਪੜ੍ਹਿਆ ਸੀ ਕਿ ਜਿੰਨੇ ਅਟੋਮਿਕ ਔਰਬਿਟਲ ਕੰਬਾਈਨ ਹੁੰਦੇ ਆ ਉਨੇ ਹਾਈਬ੍ਰਿਡ ਔਰਬਿਟਲ ਬਣਦੇ ਆ, ਤਾਂ ਕਰਕੇ ਇੱਕ ਇੱਕ SP ਹੋ ਗਿਆ ਤਾਂ 2 SP ਜਿਹੜੇ ਹੈਗੇ ਆ ਹਾਈਬ੍ਰਿਡ ਔਰਬਿਟਲ, ਇਹ SP ਹਾਈਬ੍ਰਿਡ ਔਰਬਿਟਲ ਬਣਿਆ। ਇਹ ਦੋਨੋਂ ਬੋਥ ਆਰ ਦਾ ਅਟੋਮਿਕ ਔਰਬਿਟਲਸ ਵਿਚ ਆਰ ਗੋਇੰਗ ਟੂ ਕੰਬਾਈਨ ਟੂ ਫਾਰਮ ਦਾ SP ਹਾਈਬ੍ਰਿਡ ਔਰਬਿਟਲਸ, ਜਿਨ੍ਹਾਂ ਨੇ 2 ਹਾਈਬ੍ਰਿਡ ਔਰਬਿਟਲ ਆ ਜਿਹੜੇ ਉਹ ਬਣਾਏ ਆ। ਠੀਕ ਹੈ, ਇਹ SP ਹਾਈਬ੍ਰਿਡ ਔਰਬਿਟਲਸ ਹੋ ਗਏ। ਇਹ ਜਿਹੜੇ ਔਰਬਿਟਲ 2 ਬਣਦੇ ਆ, ਆਪਾਂ ਕੀਤਾ ਸੀ ਵੀ ਹਾਈਬ੍ਰਿਡਾਈਜੇਸ਼ਨ ਆਪਾਂ ਨੂੰ ਜਮੈਟਰੀ ਵੀ ਦੱਸਦੀ ਹੈ। ਜਮੈਟਰੀ ਕਿਵੇਂ ਦੱਸਦੀ ਹੈ ਕਿ ਜਿਹੜੇ ਹਾਈਬ੍ਰਿਡ ਔਰਬਿਟਲ ਬਣੇ ਆ ਇਹਨਾਂ 'ਚ ਇਲੈਕਟ੍ਰੋਨਸ ਹੁੰਦੇ ਆ ਬੌਂਡ ਬਣਾਉਣ ਵਾਸਤੇ। ਇਹ ਇਲੈਕਟ੍ਰੋਨਸ ਨੂੰ ਕੀ ਕਰਨਗੇ ਹੁਣ ਮੈਕਸੀਮਮ ਡਿਸਟੈਂਸ 'ਤੇ ਲੈ ਕੇ ਜਾਣਗੇ। ਮੈਕਸੀਮਮ ਡਿਸਟੈਂਸ 'ਤੇ ਲੈ ਕੇ ਜਾਣਗੇ ਤਾਂ ਇੱਕ ਆਪਦੀ ਸ਼ੇਪ ਜਿਹੜੀ ਹੈਗੀ ਔਰਬਿਟਲ ਇਸ ਤਰੀਕੇ ਨਾਲ ਕਰ ਲੈਂਦੇ ਆ ਕਿ ਇਹਨਾਂ ਔਰਬਿਟਲਸ ਦੇ ਵਿੱਚ ਜਿਹੜੀ ਡਿਸਟੈਂਸ ਆ ਉਹ ਮੈਕਸੀਮਮ ਹੋ ਜੇ। ਤਾਂ ਜਿਵੇਂ SP 2 ਬਣੇ ਆ, ਸ਼ੇਪ ਮੈਂ ਤੁਹਾਨੂੰ ਦੱਸੀ ਸੀ ਕਿ ਇੱਕ ਲੋਬ ਆਪਣੇ ਕੋਲ ਛੋਟੀ ਹੁੰਦੀ ਹੈ ਇੱਕ ਵੱਡੀ ਹੁੰਦੀ ਹੈ, ਇੱਕ ਔਰਬਿਟਲ ਇੱਕ ਦੂਸਰਾ ਔਰਬਿਟਲ। ਇਹ ਵੀ SP ਹੈ ਇਹ ਵੀ SP ਹੈ। ਇਹਨਾਂ 'ਚ ਐਂਗਲ ਹੁੰਦਾ 180 ਡਿਗਰੀ। 180 ਡਿਗਰੀ ਐਂਗਲ ਕਿਹੜੀ ਜਮੈਟਰੀ 'ਚ ਹੁੰਦਾ ਲੀਨੀਅਰ 'ਚ। ਤਾਂ ਹੁਣ ਜਿਹੜਾ ਆਪਾਂ ਨੇ ਉਹ ਕੀਤਾ ਸੀ ਟੇਬਲ ਕੀਤਾ ਸੀ, ਟੇਬਲ ਦੇ ਵਿੱਚ ਆਪਾਂ ਜਿਹੜੀ ਜਮੈਟਰੀ ਉਹ ਕਿਹੜੀ ਫਿਲ ਕਰਨੀ ਆ ਲੀਨੀਅਰ ਜਮੈਟਰੀ ਦੇ ਜਿਹੜੀ ਹੈਗੀ ਕੋਰਸਪੋਂਡਿੰਗ SP ਹਾਈਬ੍ਰਿਡਾਈਜੇਸ਼ਨ ਲਿਖਣੀ ਹੈ। ਕਿਹੜੀ ਹਾਈਬ੍ਰਿਡਾਈਜੇਸ਼ਨ ਲਿਖਣੀ ਹੈ SP ਹਾਈਬ੍ਰਿਡਾਈਜੇਸ਼ਨ ਲਿਖਣੀ ਹੈ। ਤਾਂ ਇਹਦੇ ਵਿੱਚ ਹੁਣ ਆਪਣੇ ਕੋਲੇ ਕੀ ਹੈ ਅਤੇ ਇਹਦੇ ਵਿੱਚ ਐਗਜ਼ਾਮਪਲ ਲੈਣੀ ਹੋਵੇ ਤਾਂ ਆਪਾਂ ਐਗਜ਼ਾਮਪਲ ਲੈਂਦੇ ਹੈਗੇ ਹਾਂ ਜਿਵੇਂ BeCl2 ਦੀ ਲੈ ਲਓ। ਬੈਰੀਲੀਅਮ ਹੈ, ਬੈਰੀਲੀਅਮ ਸੈਂਟਰਲ ਐਟਮ ਹੈ, ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 2s2 ਹੈ। ਹੁਣ ਕਿਉਂਕਿ ਆਪਾਂ ਨੂੰ ਪਤਾ ਹੈ ਇਹਦੀ ਆਹ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਔਰਬਿਟਲਸ ਦੇ ਵਿੱਚ ਹੋ ਗਏ 2 ਇਲੈਕਟ੍ਰੋਨ, ਫਿਰ ਇਹਦੇ ਕੋਲੇ ਜਿਹੜਾ 2p ਆ ਉਹ ਐਮਪਟੀ ਹੈ। ਕੋਈ ਵੀ ਐਟਮ ਹੈ ਜਿਹੜੇ ਸ਼ੈੱਲ 'ਚ ਉਹਦੇ ਇਲੈਕਟ੍ਰੋਨ ਹੋਣ, ਸੈਕਿੰਡ ਸ਼ੈੱਲ 'ਚ ਤਾਂ ਅਗਰ ਉਹਦਾ S ਫਿਲਡ ਹੈ ਤਾਂ P ਉਹਦੇ ਕੋਲੇ ਖਾਲੀ ਹੋਊਗਾ, ਥਰਡ ਸ਼ੈੱਲ 'ਚ ਤਾਂ S ਉਹਦਾ ਫਿਲਡ ਹੈ P ਅਤੇ D ਖਾਲੀ ਹੋਣਗੇ ਉਹਦੇ ਕੋਲੇ। ਠੀਕ ਹੈ, ਜੇ ਫੋਰਥ 'ਚ ਤਾਂ S ਵੀ ਖਾਲੀ ਹੋਊਗਾ P ਵੀ ਖਾਲੀ ਹੋਊਗਾ D ਵੀ ਖਾਲੀ ਹੋਊਗਾ ਅਤੇ F ਵੀ ਖਾਲੀ ਹੋਊਗਾ। ਮੀਨਸ ਜਿਹੜਾ ਫਿਲ ਕੀਤੇ ਆ ਜੇ SP ਫਿਲ ਆ ਤਾਂ D ਐਮਪਟੀ ਹੋਊਗਾ, ਇਹਦੇ 'ਚ ਵੀ ਜੇ ਆ ਤਿੰਨੇ ਫਿਲ ਹੋ ਗਏ ਤਾਂ ਇਹਦਾ F ਖਾਲੀ ਹੋਊਗਾ। ਠੀਕ ਹੈ, ਤਾਂ ਸਿਮੀਲਰ ਵੇ ਇਹਦੇ ਕੋਲੇ 2s ਫਿਲਡ ਆ ਤਾਂ 2p ਇਹਦਾ ਐਮਪਟੀ ਪਿਆ। ਆਪਾਂ ਨੂੰ ਪਤਾ ਲੂਇਸ ਡਾਟ ਸਟਰਕਚਰ 'ਚ ਕਿ ਇਹ ਆਪਣੇ ਕੋਲੇ ਜਿਹੜੀ ਹੈਗੇ ਆ 2 ਬੌਂਡ ਬਣਾਉਂਦਾ BE। ਸਿੰਗਲ ਬੌਂਡ 2 ਬਣਾਉਣ ਵਾਸਤੇ ਆਪਾਂ ਨੂੰ ਪਤਾ ਵੀ ਇਹਨੂੰ 2 ਇਲੈਕਟ੍ਰੋਨ ਅਨਪੇਅਰਡ ਚਾਹੀਦੇ ਆ, ਕਿਉਂਕਿ ਆਪਾਂ ਪੜ੍ਹਿਆ ਕਿ ਔਰਬਿਟਲ ਉਹੀ ਬੌਂਡ ਬਣਾਉਂਦੇ ਆ ਜਿਨ੍ਹਾਂ ਕੋਲੇ ਅਨਪੇਅਰਡ ਇਲੈਕਟ੍ਰੋਨ ਹੋਣਗੇ, ਪਰ ਇਹਦੇ ਕੋਲੇ ਤਾਂ ਦੋਨੋਂ ਕੀ ਨੇ ਪੇਅਰਡ ਨੇ। ਮੀਨਸ ਇਹਨੇ ਹੁਣ ਅਨਪੇਅਰਡ ਇਲੈਕਟ੍ਰੋਨ ਚਾਹੀਦੇ ਆ ਅਤੇ ਅਨਪੇਅਰਡ ਇਲੈਕਟ੍ਰੋਨ ਵਾਸਤੇ ਕੀ ਕਰੂਗਾ ਇਲੈਕਟ੍ਰੋਨ ਅੱਗੇ ਸ਼ਿਫਟ ਕਰ ਦੂਗਾ। ਜਦੋਂ ਇਲੈਕਟ੍ਰੋਨ ਅੱਗੇ ਸ਼ਿਫਟ ਕਰ ਦੂਗਾ ਤਾਂ ਇੱਥੇ ਇੱਕ ਇਲੈਕਟ੍ਰੋਨ ਰਹਿ ਗਿਆ, ਇੱਥੇ ਇੱਕ ਅਤੇ ਦੂਸਰੇ ਖਾਲੀ ਹੈ। ਇਹ ਐਕਸਾਈਟਡ ਸਟੇਟ 'ਚ ਆ ਗਈ ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ। ਜਦੋਂ ਇਹ ਇਲੈਕਟ੍ਰੋਨਿਕ ਕੌਨਫੀਗਰੇਸ਼ਨ ਐਕਸਾਈਟਡ ਸਟੇਟ 'ਚ ਆ ਗਈ ਕਿਉਂਕਿ ਇਲੈਕਟ੍ਰੋਨ ਐਕਸਾਈਟ ਕਰਕੇ ਪ੍ਰਮੋਸ਼ਨ ਹੋ ਗਈ, ਇਹੀ ਚੀਜ਼ ਆਪਾਂ ਪੜ੍ਹੀ ਸੀ ਪ੍ਰਮੋਸ਼ਨ ਆਫ ਇਲੈਕਟ੍ਰੋਨਸ ਹੁੰਦੀ ਹੈ। ਹੁਣ ਇਹਦੀ ਹਾਈਬ੍ਰਿਡਾਈਜੇਸ਼ਨ 'ਚ ਆਹ ਦੋਨੋਂ ਔਰਬਿਟਲ ਜਾਣਗੇ ਜਿਨ੍ਹਾਂ ਕੋਲੇ ਇੱਕ ਇੱਕ ਇਲੈਕਟ੍ਰੋਨ ਹੈ। ਹਾਈਬ੍ਰਿਡਾਈਜੇਸ਼ਨ 'ਚ ਜਿਹੜੇ ਔਰਬਿਟਲ ਜਾਂਦੇ ਆ ਜਾਂ ਤਾਂ ਉਹ ਫੁੱਲੀ ਫਿਲਡ ਹੁੰਦੇ ਆ ਅਤੇ ਜਾਂ ਉਹ ਹਾਫ ਫਿਲਡ ਹੁੰਦੇ ਆ ਜਿਹੜੇ ਹਾਈਬ੍ਰਿਡਾਈਜੇਸ਼ਨ 'ਚ ਜਾਂਦੇ ਆ। ਜਿਹੜੇ ਹਾਈਬ੍ਰਿਡਾਈਜੇਸ਼ਨ 'ਚ ਪਾਰਟੀਸਪੇਟ ਨਹੀਂ ਕਰਦੇ ਐਮਪਟੀ ਔਰਬਿਟਲਸ ਡੂ ਨਾਟ ਪਾਰਟੀਸੀਪੇਟ ਇਨ ਹਾਈਬ੍ਰਿਡਾਈਜੇਸ਼ਨ ਦੇ ਵਿੱਚ ਉਹ ਪਾਰਟੀਸੀਪੇਟ ਨਹੀਂ ਕਰਦੇ ਜਿਹੜੇ ਐਮਪਟੀ ਹੈ। ਸਿਰਫ ਜਿਨ੍ਹਾਂ 'ਚ ਇਲੈਕਟ੍ਰੋਨਸ ਹੈ ਚਾਹੇ 2 ਇਲੈਕਟ੍ਰੋਨ ਆ ਚਾਹੇ ਇੱਕ ਆ ਉਹੀ ਜਿਹੜੇ ਹੈਗੇ ਪਾਰਟੀਸੀਪੇਟ ਕਰਨਗੇ। ਹੁਣ ਆਹ ਇੱਕ S ਔਰਬਿਟਲ ਹੋ ਗਿਆ ਇੱਕ P ਹੋ ਗਿਆ ਅਤੇ ਇਹਦੀ ਹਾਈਬ੍ਰਿਡਾਈਜੇਸ਼ਨ ਕਿੰਨੀ ਆ ਗਈ ਬੈਰੀਲੀਅਮ ਦੀ SP ਆ ਗਈ। ਅਤੇ ਇਹਦੇ ਵਿੱਚ ਹੁਣ ਜਿਹੜਾ ਹੈਗਾ Cl ਹੈ ਉਹ ਆਪਣੇ ਕੋਲੇ ਕੀ ਕਰ ਲੂਗਾ ਇਲੈਕਟ੍ਰੋਨ
Cl ਦਾ 2 ਬੌਂਡ Cl ਨੇ ਬਣਾ ਲਏ, ਜਾਂ ਵੈਸੇ ਵੀ ਦੇਖੋ s ऑर्बिटल sp 2 बन गए, एक आ बन गया, एक आ बन गया। टोटल इलैक्ट्रॉन किन्ने फिल करने आपां 2, एक आ गया, एक आ गया। ਇਹਦੇ ਨਾਲ Cl ਦਾ, क्योंकि Cl ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 3s2 3p5 ਹੁੰਦੀ ਹੈ, 3s2 3p5 ਆਹ ਚੀਜ਼ ਹੈ। ਹੁਣ ਇਹਦੇ ਆ ਤਾਂ ਸਾਰੇ ਫੁੱਲੀ ਫਿਲਡ ਆ, ਤਾਂ ਕਰਕੇ ਬੌਂਡ ਨਹੀਂ ਬਣਾਉਣਗੇ। ਇਹਦੇ ਬੌਂਡ ਕਿਹੜਾ ਬਣਾਊਗਾ, ਆਹ ਵਾਲਾ ਔਰਬਿਟਲ, ਮੀਨਸ 3p ਬਣਾਊਗਾ। ਅਤੇ p ਦੀ ਸ਼ੇਪ ਆਪਾਂ ਨੂੰ ਪਤਾ ਇਸ ਤਰੀਕੇ ਨਾਲ ਡੰਬੈਲ ਹੁੰਦੀ ਹੈ। 3p ਇੱਧਰ ਬਣਾਇਆ, ਓਵਰਲੈਪਿੰਗ ਸਿਗਮਾ ਸਿਗਮਾ ਆ ਬੇਰੀਲੀਅਮ ਹੈ। ਜੇ ਇਹਨੂੰ ਬੌਂਡ ਦੀ ਫੋਰਮ 'ਚ ਲਿਖਣਾ ਹੋਵੇ BeCl Cl, ਜਿਓਮੈਟਰੀ ਕਿਹੜੀ ਆ ਗਈ ਲੀਨੀਅਰ, ਹਾਈਬ੍ਰਿਡਾਈਜੇਸ਼ਨ sp, ਬੌਂਡ ਐਂਗਲ 180 ਡਿਗਰੀ। ਠੀਕ ਹੈ, ਇਸ ਤਰੀਕੇ ਨਾਲ ਕਰਨੀ ਹੈ। ਉਸ ਤੋਂ ਬਾਅਦ ਸੈਕਿੰਡ ਹੈਗੀ ਆ sp2 ਹਾਈਬ੍ਰਿਡਾਈਜੇਸ਼ਨ, ਜਿਹਦੇ 'ਚ ਇੱਕ s ਅਤੇ 2 p ਔਰਬਿਟਲ ਹੋਣਗੇ, 3 sp2 ਬਣਨਗੇ, ਕਿਉਂਕਿ 2 ਅਤੇ 1 3 ਕੰਬਾਈਨ ਹੋ ਰਹੇ ਆ। ਇਹਦੇ ਵਿੱਚ ਐਗਜ਼ਾਮਪਲ ਤੁਸੀਂ BF3 ਦੀ ਲੈ ਲਓ, ਬੋਰੋਨ ਸੈਂਟਰਲ ਐਟਮ, ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 2s2 2p1। ਅਗੇਨ ਲੂਇਸ ਡਾਟ ਸਟਰਕਚਰ ਤੋਂ ਆਪਾਂ ਨੂੰ ਪਤਾ ਹੈ ਕਿ B ਅਗਰ 3 ਬੌਂਡ ਬਣਾਉਂਦਾ ਤਾਂ 3 ਅਨਪੇਅਰਡ ਇਲੈਕਟ੍ਰੋਨ ਚਾਹੀਦੇ ਆ। ਇਹ ਇਲੈਕਟ੍ਰੋਨ ਇੱਥੇ ਸ਼ਿਫਟ ਹੋ ਜਾਏਗਾ, ਇੱਕ ਇੱਕ ਇਲੈਕਟ੍ਰੋਨ, ਇੱਕ ਇੱਕ। ਇਹ ਗਰਾਊਂਡ ਸਟੇਟ ਸੀਗੀ, ਇਹ ਐਕਸਾਈਟਡ ਸਟੇਟ ਹੋਊਗੀ। ਇਹ ਹਾਈਬ੍ਰਿਡਾਈਜੇਸ਼ਨ 'ਚ sp2 ਵਾਲੇ ਔਰਬਿਟਲ ਆ ਜਿਹੜੇ 1 2 3, sp2 sp2 sp2, ਇੱਕ ਇੱਕ ਇਲੈਕਟ੍ਰੋਨ ਹੈ। ਫਲੋਰੀਨ ਦੇ 2p ਔਰਬਿਟਲ ਨਾਲ, 2p ਔਰਬਿਟਲ ਆਫ ਫਲੋਰੀਨ, ਓਵਰਲੈਪ, ਸਿਗਮਾ ਬੌਂਡ ਸਿਗਮਾ ਬੌਂਡ ਸਿਗਮਾ ਬੌਂਡ। ਅਤੇ ਸਿਚੁਏਸ਼ਨ ਕੀ ਬਣ ਗਈ, f ਬੌਂਡ ਐਂਗਲ 120 ਡਿਗਰੀ। ਜਿਓਮੈਟਰੀ ਟਰਾਇਗਨਲ ਪਲੇਨਰ, ਜਿਓਮੈਟਰੀ ਕਿਹੜੀ ਬਣ ਗਈ, ਟਰਾਇਗਨਲ ਪਲੇਨਰ ਬਣ ਗਈ। ਠੀਕ ਹੈ, ਤਾਂ sp2 ਤੇ ਜਿਓਮੈਟਰੀ ਟਰਾਇਗਨਲ ਪਲੇਨਰ। ਉਸ ਤੋਂ ਬਾਅਦ ਨੈਕਸਟ ਆ ਗਿਆ ਆਪਣੇ ਕੋਲੇ sp3, ਇਹਦੇ 'ਚ ਇੱਕ s ਅਤੇ 3p। sp3 ਦੇ 4 ਔਰਬਿਟਲ ਬਣਨਗੇ। ਜਦੋਂ 4 ਔਰਬਿਟਲ ਬਣਨਗੇ ਤਾਂ ਉਹਨਾਂ ਦੀ ਕਿਵੇਂ ਓਰੀਐਂਟੇਸ਼ਨ ਹੋਏਗੀ, ਇਸ ਤਰੀਕੇ ਨਾਲ, ਇੱਕ ਔਰਬਿਟਲ, ਦੂਸਰਾ ਔਰਬਿਟਲ, ਤੀਸਰਾ, ਅਤੇ ਇਹਨੂੰ ਵੀ ਥੋੜ੍ਹਾ ਜਿਹਾ ਇਹਦੇ ਨਾਲ ਜੇ ਬਣਾਉਣਾ ਟੇਢਾ ਜਿਹਾ। ਇਹ 4 ਔਰਬਿਟਲ ਹੋ ਗਏ, sp3 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 sp3। ਠੀਕ ਹੈ, sp3 ਦੇ ਵਿੱਚ ਆਪਾਂ ਲੈਂਦੇ ਹੈਗੇ ਆ CH4 ਦੀ ਐਗਜ਼ਾਮਪਲ। ਬੌਂਡ ਐਂਗਲ ਇਹਦੇ 'ਚ ਕਿੰਨਾ ਹੁੰਦਾ, 109.5। CH4 ਆ ਗਿਆ, ਸੈਂਟਰਲ ਐਟਮ ਕਾਰਬਨ ਹੈ, 2s2 2p2 ਇਲੈਕਟ੍ਰੋਨਿਕ ਕੌਨਫੀਗਰੇਸ਼ਨ ਹੈ। ਕਿਉਂਕਿ ਇਹਨੇ 4 ਬੌਂਡ ਬਣਾਉਣੇ ਆ, 4 ਅਨਪੇਅਰਡ ਇਲੈਕਟ੍ਰੋਨ ਚਾਹੀਦੇ ਆ। 4 ਅਨਪੇਅਰਡ ਇਲੈਕਟ੍ਰੋਨ ਵਾਸਤੇ ਇਹ ਗਰਾਊਂਡ ਸਟੇਟ ਹੈ। ਐਕਸਾਈਟਡ ਸਟੇਟ ਦੇ ਵਿੱਚ ਇਲੈਕਟ੍ਰੋਨ 1 1 2 3 ਸਾਰੇ ਦੇ ਸਾਰੇ ਹਾਈਬ੍ਰਿਡਾਈਜੇਸ਼ਨ 'ਚ ਇਨਵੋਲਵ ਹੋ ਕੇ ਕੀ ਬਣਾਉਣਗੇ, ਇਹ 2s ਹੈ 2p ਹੈ, ਇੱਕ s ਦਾ 3p ਦੇ sp3 ਹਾਈਬ੍ਰਿਡਾਈਜੇਸ਼ਨ ਆਹੀ ਚੀਜ਼ ਬਣ ਜੂਗੀ। ਮੰਨ ਲਓ ਇਹ ਕਾਰਬਨ ਦੇ ਹੀ ਹੈ। ਹਾਈਡਰੋਜਨ ਦਾ 1s ਇਲੈਕਟ੍ਰੋਨ, ਇਹਨਾਂ ਕੋਲ ਇੱਕ ਇੱਕ ਇਲੈਕਟ੍ਰੋਨ ਹੈ। ਇਲੈਕਟ੍ਰੋਨ ਆਪਾਂ ਅਪੋਜ਼ਿਟ ਸਪਿਨ ਵਾਲੇ ਲਾ ਦਿੰਦੇ ਹਾਂ। ਠੀਕ ਹੈ, ਤੁਸੀਂ ਕਿਸੇ ਦੀ ਵੀ ਸਪਿਨ ਕਿਵੇਂ ਵੀ ਕਰ ਸਕਦੇ ਹੋ, ਤੁਹਾਡੀ ਇੱਛਾ ਹੈ ਉਹ। ਸਿਗਮਾ ਬੌਂਡ ਸਿਗਮਾ ਬੌਂਡ ਸਿਗਮਾ ਬੌਂਡ ਸਿਗਮਾ ਬੌਂਡ। ਅਤੇ ਸਿਚੁਏਸ਼ਨ ਬਣ ਗਈ ਆਹ ਵਾਲੀ, ਆਹ ਬਣ ਗਈ ਆਪਣੇ ਕੋਲੇ ਟੈਟਰਾਹੈਡਰਲ ਜਿਓਮੈਟਰੀ, sp3 ਹਾਈਬ੍ਰਿਡਾਈਜੇਸ਼ਨ 109.5 ਬੌਂਡ ਐਂਗਲ। ਠੀਕ ਹੈ, ਦੂਸਰੀ ਐਗਜ਼ਾਮਪਲ ਆਪਣੇ ਕੋਲੇ NH3। NH3 ਦੀ ਐਗਜ਼ਾਮਪਲ ਹੈ, ਇਹਦੇ 'ਚ ਸੈਂਟਰਲ ਐਟਮ ਨਾਈਟ੍ਰੋਜਨ ਹੈ। ਨਾਈਟ੍ਰੋਜਨ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 2s2 2p3। ਇਸ ਤਰੀਕੇ ਨਾਲ ਹੁਣ ਆਪਾਂ ਨੂੰ ਪਤਾ 3 ਬੌਂਡ ਬਣਾਉਣੇ ਆ ਨੇ, 3 ਅਨਪੇਅਰਡ ਇਲੈਕਟ੍ਰੋਨ ਹੈਗੇ ਆ। ਪ੍ਰਮੋਸ਼ਨ ਵਿਲ ਨਾਟ ਬੀ ਦੇਅਰ, ਇੱਥੇ ਪ੍ਰਮੋਸ਼ਨ ਨਹੀਂ ਹੋਏਗੀ, ਗਰਾਊਂਡ ਸਟੇਟ 'ਚ ਹੀ ਹੋ ਜਾਏਗੀ। ਇਲੈਕਟ੍ਰੋਨ ਔਰਬਿਟਲ ਮੈਂ ਤੁਹਾਨੂੰ ਦੱਸਿਆ ਸੀ ਕਿ ਹਾਫ ਫਿਲਡ ਹੋਣ ਜਾਂ ਫੁੱਲੀ ਫਿਲਡ ਹੋਣ, ਹਾਈਬ੍ਰਿਡਾਈਜੇਸ਼ਨ 'ਚ ਪਾਰਟੀਸੀਪੇਟ ਕਰਦੇ ਹੀ ਕਰਦੇ ਆ। ਇੱਥੇ ਆ ਗਈ ਆਪਣੇ ਕੋਲੇ ਹਾਈਬ੍ਰਿਡਾਈਜੇਸ਼ਨ sp3।
sp3 ਚੋਂ ਜਿਹੜੇ ਫੁੱਲੀ ਫਿਲਡ ਹੁੰਦੇ ਆ ਉਹ ਲੋਨ ਪੇਅਰ ਆ ਜਾਂਦੇ ਆ, ਉਹ ਕੀ ਬਣ ਜਾਂਦੇ ਆ ਲੋਨ ਪੇਅਰ। ਜਿਹੜੇ ਹਾਫ ਫਿਲਡ ਹੁੰਦੇ ਆ ਇਹ ਬਣ ਜਾਂਦੇ ਆ ਬੌਂਡ ਪੇਅਰ। ਕਿਹੜੇ ਬੌਂਡ? ਸਿਗਮਾ ਬੌਂਡਸ। ਠੀਕ ਹੈ, ਤਾਂ ਇਹਦੇ ਵਿੱਚ ਹੁਣ ਆਪਣੇ ਕੋਲੇ ਨਾਈਟ੍ਰੋਜਨ ਹੈ, ਇਸ ਤਰ੍ਹਾਂ ਹੀ ਬਣਨਗੇ ਔਰਬਿਟਲ ਇਹਦੇ ਜਿਵੇਂ ਆਪਾਂ ਹਾਈਡਰੋਜਨ ਦੇ ਬਣਾਏ ਆ। sp3 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 2 ਇਲੈਕਟ੍ਰੋਨ ਇਹਦੇ 'ਚ, ਇੱਕ ਇੱਕ ਬਾਕੀ ਸਾਰਿਆਂ 'ਚ, ਬਾਕੀ ਸਾਰੇ ਹਾਈਡਰੋਜਨ ਨਾਲ ਬੌਂਡ ਬਣਾ ਲਿਆ, ਤਿੰਨਾਂ ਨੇ ਇਹ ਲੋਨ ਪੇਅਰ ਰਹਿ ਗਿਆ। ਠੀਕ ਹੈ, ਇਹ ਬੌਂਡ ਪੇਅਰ ਆ ਗਏ ਸਿਗਮਾ ਸਿਗਮਾ ਸਿਗਮਾ। NH H H ਤੇ H, ਸੌਰੀ ਇੱਥੇ ਲੋਨ ਪੇਅਰ ਬੱਚੇ, ਇੱਥੇ ਲੋਨ ਪੇਅਰ ਆਫ ਇਲੈਕਟ੍ਰੋਨ ਡਾਟਸ ਦੇ ਨਾਲ ਸ਼ੋ ਕਰਦੇ ਆ। ਲੋਨ ਪੇਅਰ ਆ ਗਿਆ, ਬੌਂਡ ਪੇਅਰ। ਲੋਨ ਪੇਅਰ ਤੇ ਬੌਂਡ ਪੇਅਰ ਦੀਆਂ ਰਿਪਲਸ਼ਨਸ ਕਰਕੇ ਇਹਦੀ ਜਿਓਮੈਟਰੀ ਟੈਟਰਾਹੈਡਰਲ ਆ, ਪਰ ਇਹਦੀ ਸ਼ੇਪ ਚੇਂਜ ਹੋ ਜਾਂਦੀ ਹੈ, ਦੈਟ ਇਜ਼ ਪਿਰਾਮਿਡਲ। ਆ ਪਿਰਾਮਿਡ ਬਣ ਗਿਆ ਇੱਕ। ਠੀਕ ਹੈ, ਪਿਰਾਮਿਡਲ ਜਿਓਮੈਟਰੀ ਆ, ਬੌਂਡ ਐਂਗਲ ਸ਼ਿਫਟ ਹੋ ਜਾਂਦਾ 107 ਡਿਗਰੀ 'ਤੇ। ਤਾਂ sp3 ਹਾਈਬ੍ਰਿਡਾਈਜੇਸ਼ਨ ਹੈ, ਅਤੇ ਤੁਹਾਨੂੰ ਕੁਐਸਚਨ ਵੀ ਆ ਸਕਦਾ ਕਿ CH4 ਅਤੇ NH3 ਦੀ ਹਾਈਬ੍ਰਿਡਾਈਜੇਸ਼ਨ ਸੇਮ ਹੈ, ਪਰ ਜਿਓਮੈਟਰੀਜ਼ 'ਚ ਫਰਕ ਹੁੰਦਾ। ਕਿਉਂ ਹੁੰਦਾ? ਕਿਉਂਕਿ ਇਹਦੇ 'ਚ ਲੋਨ ਪੇਅਰ ਆ ਜਾਂਦਾ, ਉਹਦੇ 'ਚ ਸਾਰੇ ਬੌਂਡ ਪੇਅਰ ਹੁੰਦੇ ਆ। ਠੀਕ ਹੈ, ਅਤੇ ਉਸ ਤੋਂ ਬਾਅਦ ਵਾਟਰ ਦੀ ਐਗਜ਼ਾਮਪਲ ਹੈ ਇਹਦੇ ਵਿੱਚ। ਆਕਸੀਜਨ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 2s2 2p4 ਆ ਗਈ। ਅਗੇਨ ਇਹਨੇ 2 ਹੀ ਬੌਂਡ ਬਣਾਉਣੇ ਆ ਹਾਈਡਰੋਜਨ ਦੇ ਨਾਲ, 2 ਅਨਪੇਅਰਡ ਇਲੈਕਟ੍ਰੋਨ ਹੈਗੇ ਹੀ ਆ। ਨੋ ਨੀਡ ਆਫ ਪ੍ਰਮੋਸ਼ਨ। ਪ੍ਰਮੋਸ਼ਨ ਤਾਂ ਵੀ ਨਹੀਂ ਹੁੰਦੀ ਕਿਉਂਕਿ ਇਹਨਾਂ ਕੋਲੇ 2d ਔਰਬਿਟਲ ਨਹੀਂ ਹੁੰਦਾ, ਐਮਪਟੀ। ਇਹਨਾਂ ਕੋਲੇ 2d ਔਰਬਿਟਲ ਹੈ ਨਹੀਂ, ਤਾਂ ਕਰਕੇ ਵੀ ਪ੍ਰਮੋਸ਼ਨ ਨਹੀਂ ਹੁੰਦੀ। ਜਿਹੜੇ ਆ ਪੇਅਰਡ ਇਲੈਕਟ੍ਰੋਨ ਪਏ ਆ ਇਹਨਾਂ ਦੀ ਪ੍ਰਮੋਸ਼ਨ ਤਾਂ ਵੀ ਨਹੀਂ ਹੁੰਦੀ। ਠੀਕ ਹੈ, ਕੁਛ ਆਪਾਂ ਨੂੰ ਜ਼ਰੂਰਤ ਵੀ ਨਹੀਂ ਹੈਗੀ, ਅਤੇ ਕੁਛ ਆਪਣੇ ਕੋਲੇ ਪ੍ਰਮੋਸ਼ਨ ਇਸ ਕਰਕੇ ਵੀ ਨਹੀਂ ਹੁੰਦੀ ਆਕਸੀਜਨ ਦੇ ਕੇਸ ਵਿੱਚ। ਤਾਂ ਹੀ ਆਕਸੀਜਨ ਮੈਕਸੀਮਮ 2 ਹੀ ਬੌਂਡ ਬਣਾਉਂਦਾ। ਠੀਕ ਹੈ, ਅਤੇ ਨਾਈਟ੍ਰੋਜਨ ਜਿਹੜਾ ਹੈਗਾ ਉਹ ਆਪਣੇ ਕੋਲੇ ਕੀ ਹੈ 3 ਬੌਂਡ ਜਾਂ 4 ਬਣਾ ਲੈਂਦਾ, ਚੌਥਾ ਤਾਂ ਕੋਆਰਡੀਨੇਟ ਬਣਾਊਗਾ। ਫਿਰ ਇਹ ਵੀ ਕੋਆਰਡੀਨੇਟ ਬਣਾ ਸਕਦਾ, ਪਰ ਕੋਵਾਲੈਂਟ ਬੌਂਡ ਇਹ 2 ਹੀ ਬਣਾਉਂਦਾ। ਠੀਕ ਹੈ, ਉਸ ਤੋਂ ਬਾਅਦ ਹੁਣ ਆਪਣੇ ਕੋਲੇ ਕੀ ਆ ਗਿਆ ਕਿ ਇਹ ਹਾਈਬ੍ਰਿਡਾਈਜੇਸ਼ਨ 'ਚ ਜਾਣਗੇ। S ਦੇ 1 3 P ਦੇ ਔਰਬਿਟਲ, sp3 ਹਾਈਬ੍ਰਿਡਾਈਜੇਸ਼ਨ। ਫਿਰ ਇਹਦੀ ਜਿਓਮੈਟਰੀ ਕਿਵੇਂ ਬਣੂਗੀ? ਜਿਵੇਂ ਆ 2 ਲੋਨ ਪੇਅਰ ਹੈ, ਇਹਨਾਂ ਦੋਵਾਂ 'ਚ ਲੋਨ ਪੇਅਰ ਆ ਜਾਣਗੇ, ਇੱਕ ਇੱਕ 'ਚ ਬੌਂਡ ਪੇਅਰ, ਕਿ ਇਹਨੂੰ ਵੀ ਲੋਨ ਪੇਅਰ ਕੰਸੀਡਰ ਕਰ ਲਓ। ਆਕਸੀਜਨ ਔਰਬਿਟਲ ਲੋਨ ਪੇਅਰ, ਹਾਈਡਰੋਜਨ ਹਾਈਡਰੋਜਨ, 2 ਲੋਨ ਪੇਅਰ ਹੋ ਗਏ, ਰਿਪਲਸ਼ਨਸ ਵੱਧ ਗਈਆਂ। ਅਤੇ ਵੈਸਪਰ ਥਿਊਰੀ 'ਚ ਆਪਾਂ ਪੜ੍ਹਿਆ ਸੀ ਕਿ ਬੌਂਡ ਐਂਗਲ ਇਜ਼ ਇਨਵਰਸਲੀ ਪ੍ਰਪੋਰਸ਼ਨਲ ਟੂ ਰਿਪਲਸ਼ਨਸ, ਅਤੇ ਬੌਂਡ ਐਂਗਲ ਘੱਟ ਜਾਏਗਾ, ਰਿਪਲਸ਼ਨਸ ਵੱਧ ਗਈਆਂ। ਬੌਂਡ ਐਂਗਲ ਕਿੰਨਾ ਹੋ ਜਾਂਦਾ ਇਹਦੇ ਵਿੱਚ? 104.5। ਹਾਈਬ੍ਰਿਡਾਈਜੇਸ਼ਨ sp3, ਤਾਂ ਤਿੰਨਾਂ 'ਚ sp3 ਹਾਈਬ੍ਰਿਡਾਈਜੇਸ਼ਨ ਆ, ਪਰ ਤਿੰਨਾਂ ਦੀ ਜਿਓਮੈਟਰੀ ਅਲੱਗ-ਅਲੱਗ ਹੈ, ਤਾਂ ਕਰਕੇ ਇਹ ਕੇਸ ਇੰਪੋਰਟੈਂਟ ਹੈ। ਠੀਕ ਹੈ, ਇਸ ਚੀਜ਼ ਨੂੰ ਜ਼ਿਆਦਾ ਵਧੀਆ ਨਾਲ ਡਿਸਕਸ ਕਰਨਾ। sp3 ਦੇ ਵਿੱਚੋਂ ਬਹੁਤ ਕੁਐਸਚਨ ਆਉਂਦੇ ਆ, ਸੋ ਗੋ ਥਰੂ ਦਾ ਬੁੱਕਸ, read each and every line, ask if you people have facing any kind of doubt in reading and understanding the concept। ਠੀਕ ਹੈ, ਇਹ ਚੀਜ਼ਾਂ ਤੁਹਾਨੂੰ ਕਨਸੈਪਟ ਸਮਝਣ ਵਾਸਤੇ ਆ। ਹਾਈਬ੍ਰਿਡਾਈਜੇਸ਼ਨ ਕੈਲਕੂਲੇਟ ਕਰਨੀ ਤਾਂ ਬਹੁਤ ਈਜ਼ੀ ਹੈ, ਉਹ ਤਾਂ ਆਪਾਂ ਕਰ ਹੀ ਲਵਾਂਗੇ। ਠੀਕ ਹੈ, ਉਹਦੇ ਵਾਸਤੇ ਤਾਂ ਫਾਰਮੂਲਾਜ਼ ਹੈਗੇ ਆ, ਪਰ ਕਿਵੇਂ ਐਕਸਾਈਟੇਸ਼ਨ ਹੁੰਦੀ ਆ, ਕਿਵੇਂ ਬੌਂਡ ਬਣਦੇ ਆ, ਕਿਹੜੀ ਚੀਜ਼ ਲੋਨ ਪੇਅਰ ਦੇ ਵਿੱਚ ਜਾਂਦੀ ਹੈ, ਕਿਉਂ ਜਾਂਦੀ ਹੈ, ਇਹ ਸਾਰਾ ਕੁਝ ਤੁਹਾਨੂੰ ਇਹ ਚੀਜ਼ ਨੂੰ ਸਮਝ ਕੇ ਹੀ ਆਊਗਾ। ਠੀਕ ਹੈ, ਉਸ ਤੋਂ ਬਾਅਦ ਆ ਗਏ ਆਪਣੇ ਕੋਲੇ d ਔਰਬਿਟਲਸ ਇਨਵੋਲਵ। sp4 ਹੁੰਦੀ ਨਹੀਂ ਆ ਕਿਉਂਕਿ ਮੈਕਸੀਮਮ 3 ਹੀ ਔਰਬਿਟਲ ਹੁੰਦੇ ਆ p ਦੇ, ਅਤੇ sp3 ਆ ਗਈ। ਅੱਗੇ d ਔਰਬਿਟਲ ਆ ਗਏ, sp3d ਆ ਗਈ। sp3d ਆ ਗਈ ਆਪਣੇ ਕੋਲੇ, ਤਾਂ sp3d ਦੇ ਵਿੱਚ 1 s ਔਰਬਿਟਲ, 3 p ਦੇ, 1 d ਦਾ, sp3d ਆ ਗਈ। sp3d ਆਉਣ ਤੋਂ ਬਾਅਦ ਹੁਣ ਦੇਖੋ ਤੁਸੀਂ ਕਿ ਆਹ ਆ ਗਈ ਆਪਣੇ ਕੋਲੇ sp3d ਆ ਗਈ। sp3d ਜਦੋਂ ਹਾਈਬ੍ਰਿਡਾਈਜੇਸ਼ਨ ਆ ਗਈ ਤਾਂ ਇਹਦੇ ਵਿੱਚ ਹੁਣ ਆਪਣੇ ਕੋਲੇ ਜਿਓਮੈਟਰੀ ਕੀ ਹੈ? ਇਹਦੇ 'ਚ ਐਗਜ਼ਾਮਪਲ ਲੈਂਦੇ ਆਪਾਂ PCl5 ਦੀ। ਫਾਸਫੋਰਸ, ਇਹਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 3s2 3p3, 3d ਐਮਪਟੀ ਹੈ, ਤਾਂ 3s 3p 3d ਡਰੋ ਕਰੋ। ਇਲੈਕਟ੍ਰੋਨਸ p ਦੇ ਵਿੱਚ 1 2 3, d 5 ਔਰਬਿਟਲਸ ਹੁੰਦੇ ਆ, 5 ਇਲੈਕਟ੍ਰੋਨ ਅਨਪੇਅਰਡ ਚਾਹੀਦੇ ਆ। ਆ ਇਲੈਕਟ੍ਰੋਨ ਇੱਥੇ ਸ਼ਿਫਟ ਹੋ ਜਾਏਗਾ, ਇਹ ਗਰਾਊਂਡ ਸਟੇਟ ਸੀਗੀ, ਐਕਸਾਈਟਡ ਸਟੇਟ 1 2 3 4,
4 5 5 हो गए 5 ये सारे दे सारे हाइब्रिडाइजेशन च पार्ट लैणगे। एक एस का हो गया, 3 पी दे हो गए, एक डी का sp3d हाइब्रिडाइजेशन बन गई। जदों अपने को sp3d हाइब्रिडाइजेशन होंदी है, जमैट्री होंदी है ट्राइगनल बाय पिरामिडल ऑलवेज, ठीक है। लोन पेयर्स वगैरह लग के शेप चेंज हो जाती है, जोमैट्री यही रही है अपने को ट्राइगनल बाय पिरामिडल। शेप च अपन लोन पेयर कंसीडर नहीं करते, ये चीज़ ध्यान रखनी है, जोमैट्री च कंसीडर करते हैं, ठीक है। sp3 हुण cl ये लग गया, एक cl ये एक cl ये एक ये एक ये 5 cl लग गए, तो जोमैट्री होगी cl 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 इस तरीके ये 3 बॉन्ड एंगल होंगे 120 डिग्री के ट्राइंगल वाले। आ ट्राइगनल का मतलब ट्राइंगल बन गया, आ पिरामिड बन गया, तो पिरामिड वाले एंगल है जोड़े उपर नीचे वो 90 डिग्री के, ठीक है। sp3d2 sf6 आ गया, ये 3 एक डी ऑर्बिटल होर आ गया, sf6 सल्फर 2s2 2p4 सॉरी 3s 3d एम्पटी ऑर्बिटल पे एस पी 1 2 3 4 डी खाली पे इलैक्ट्रॉन 6 अनपेड चाहिए हैं, तो ये दोनों इलैक्ट्रॉन जोड़े वो प्रमोट कर जाएंगे। ये ग्राउंड स्टेट सी, एक्साइटेड स्टेट एक एक इलैक्ट्रॉन 1 2 3 2 3 4 1 2 ये सारे हाइब्रिडाइजेशन पार्ट लैणगे। sp3d2 आ गया, ये जोमैट्री अपने को ऑक्टाहेड्रल sp3d2 होंगी है, ठीक है। ऑक्टाहेड्रल होंगी है, जदों अपने को ये ऑक्टाहेड्रल आ गई, ठीक है, तो ये अपने को जोमैट्री हाइब्रिडाइजेशन sp3 तो एंगल सारे 90 डिग्री के, तो ये बनती किमें है एस एफ एफ एफ, ठीक है, sf6 हो गया, ठीक है, sf6 हो गया, ये जोमैट्री ऑक्टाहेड्रल आ गया। नैक्सट है हुण अपने को नैक्सट जोड़ा हैगा sp3d3 जोमैट्री होंगी है पेंटागनल बाई पिरामिडल। ये अपने को एग्जाम्पल हैगी IF7 की, सेंट्रल एटम आयोडीन यदि 5s2 5p5 5d एम्पटी, इस तरीके 5d एम्पटी पे, जो 5d एम्पटी पे तो 7 इलैक्ट्रॉन चाहिए अनपेड, 3 शिफ्ट हो जाएंगे, 3 ये रह गए 6 तो 1 7, ये ग्राउंड स्टेट से एक्साइटेड स्टेट आ गई, ठीक है। sp3d3 शेप आई सेंटर एफ एफ एफ, एक बॉन्ड ऊपर एक नीचे, IF7 बन गया। पेंटागनल बाई पिरामिडल, पेंटागन सेंटर पिरामिड ऊपर नीचे वाले, ठीक है, तो ये आ गया अपने को पेंटागनल बाई पिरामिडल। ये हो गया अपने को हाइब्रिडाइजेशनस, ठीक है। हाइब्रिडाइजेशन हुण आपां नूं पता सिग्मा बॉन्ड ही बनाउंदी है, पाई नहीं बनाउंदी, इहदे लई आपां कार्बन दीयां प्रॉपर्टीज़ करते हैं, ठीक है। कार्बन की यूनीक प्रॉपर्टी है, यूनीक प्रॉपर्टी ऑफ कार्बन करके टॉपिक दिता होया तुहानूं कि यूनीक प्रॉपर्टी है कार्बन की कि इट कैन शो 3 हाइब्रिडाइजेशन sp sp2 एंड sp3, ये तीनों हाइब्रिडाइजेशन शो करती है ऑर्गैनिक कंपाउंड्स दे विच, ठीक है। जदों ये तीनों हाइब्रिडाइजेशन शो करती है तो ये हुण तुहानूं हैगे आप जिहड़े आपां करने आ, सब तो पहला आपां देखते हैं हाइब्रिडाइजेशन sp3 sp3 दे विच आपां एग्जाम्पल लवांगे इथेन दी, इथेन दे विच आपां CH3 नूं डिस्कस करते हैं, दूजा CH3 बिल्कुल सेम ही होएगा,
ਇਹਨੂੰ A ਮੰਨ ਲਓ, ਇਹਨੂੰ B ਮੰਨ ਲਓ। CA ਪਹਿਲੇ ਕਾਰਬਨ ਦੀ ਇਲੈਕਟ੍ਰੋਨਿਕ ਕੌਨਫੀਗਰੇਸ਼ਨ 2s2 2p2। ਸਿੱਧੀ ਮੈਂ ਐਕਸਾਈਟਡ ਸਟੇਟ ਹੀ ਲਿਖਦੀ ਹਾਂ ਕਿਉਂਕਿ ਐਕਸਾਈਟਡ ਸਟੇਟ ਤਾਂ ਹੋਣੀ ਹੈ ਇਹਦੇ ਵਿੱਚ, ਠੀਕ ਹੈ। ਦਿਸ ਵੀ ਹੈਵ ਆਲਰੇਡੀ ਡਿਸਕਸ। 4 ਅਨਪੇਅਰਡ ਇਲੈਕਟ੍ਰੋਨਸ ਆਰ ਦੇਅਰ। ਹਾਈਬ੍ਰਿਡਾਈਜੇਸ਼ਨ ਕਿਹੜੀ ਹੈ? sp3। ਆ S ਆ ਅਤੇ ਆ ਕੀ ਹੈ? 2p 2s ਮੀਨਸ ਇਹ ਸਾਰੇ ਦੇ ਸਾਰੇ ਹਾਈਬ੍ਰਿਡਾਈਜੇਸ਼ਨ 'ਚ ਪਾਰਟ ਕਰਨਗੇ। sp3 ਬਣ ਗਈ। ਦੂਜੇ ਕਾਰਬਨ ਦੀ ਵੀ ਸਿਮੀਲਰ ਸਿਚੁਏਸ਼ਨ ਹੈ ਐਕਸਾਈਟਡ ਸਟੇਟ ਦੇ ਵਿੱਚ, ਇੱਕ ਇਲੈਕਟ੍ਰੋਨ ਆ ਗਿਆ ਤਿੰਨਾਂ 'ਚ, 2p 2s। sp3 ਹਾਈਬ੍ਰਿਡਾਈਜੇਸ਼ਨ ਹੀ ਇਸ ਕਾਰਬਨ ਦੀ ਆ ਗਈ। ਇਹਦੇ ਦੇਖੋ, ਇਹਦੇ CA ਦੀ ਅਤੇ ਆਹ CB ਦੇ ਔਰਬਿਟਲ ਹੁਣ ਬਣਾਉਣੇ ਆਪਾਂ ਹਾਈਬ੍ਰਿਡ ਔਰਬਿਟਲ। ਤਾਂ ਇਹ ਆ ਗਏ 1 2 3, ਇੱਕ ਚਲੋ ਇੱਥੇ ਬਣਾ ਲੈਂਦੇ ਹਾਂ 4। CB ਦੀ ਵੀ ਸੇਮ ਸਿਚੁਏਸ਼ਨ ਆ ਗਈ, ਠੀਕ ਹੈ। ਇਹ ਵੀ ਚਾਰੋਂ sp3 ਹੈ, ਇਹ ਵੀ ਚਾਰੋਂ sp3 ਹੈ। 3 ਹਾਈਡਰੋਜਨ ਹੈ। ਇਹਨੂੰ ਜੇ ਖੋਲ੍ਹ ਕੇ ਲਿਖਣਾ ਹੋਵੇ ਤਾਂ ਇਸ ਤਰੀਕੇ ਨਾਲ ਲਿਖ ਸਕਦੇ ਆਪਾਂ। ਇਹ ਤਾਂ ਤੁਹਾਨੂੰ ਬੌਂਡਿੰਗ ਕਲੀਅਰ ਹੋ ਜਾਏਗੀ। ਇਸ ਕਾਰਬਨ ਨਾਲ 3 ਹਾਈਡਰੋਜਨ ਨੇ, ਇਸ ਕਾਰਬਨ ਨਾਲ ਵੀ 3 ਹਾਈਡਰੋਜਨ ਨੇ। ਆ ਤਿੰਨੇ ਹਾਈਡਰੋਜਨ ਆਪਾਂ ਲਾਤੇ ਕਿਉਂਕਿ ਹਾਈਡਰੋਜਨ ਦਾ ਸਰਕੂਲਰ ਤਾਂ ਲਾਇਆ ਕਿਉਂਕਿ ਇਹਦਾ 1s ਔਰਬਿਟਲ ਹੈ। ਇਹਦੇ ਨਾਲ ਵੀ 1 2 ਅਤੇ 3 ਹਾਈਡਰੋਜਨ 3 ਹੋ ਗਏ। ਆਹ ਐਮਪਟੀ ਰਹਿ ਗਿਆ sp3, ਆ ਵੀ ਐਮਪਟੀ ਰਹਿ ਗਿਆ। ਇਹ ਕਾਰਬਨ ਕਾਰਬਨ ਬੌਂਡ ਹੈ ਤਾਂ ਇਹ ਆਪਦੇ ਆਪ ਨੂੰ ਕੀ ਕਰਨਗੇ? ਇਹ ਦੋਨੋਂ ਔਰਬਿਟਲ ਆਪਸ ਦੇ ਵਿੱਚ ਓਵਰਲੈਪ ਕਰ ਜਾਣਗੇ। ਇਹ ਵੀ ਕਿਹੜਾ ਬੌਂਡ ਬਣਾ ਲੈਣਗੇ? ਸਿਗਮਾ। ਕੀ ਸਿਚੁਏਸ਼ਨ ਬਣ ਗਈ? ਇੱਥੇ ਕਾਰਬਨ ਹੈ, ਹਾਈਡਰੋਜਨ ਹਾਈਡਰੋਜਨ ਹਾਈਡਰੋਜਨ। ਆਹ ਕਾਰਬਨ ਹੈ, ਇੱਥੇ ਵੀ ਕਾਰਬਨ ਹੈ ਅਤੇ ਕਾਰਬਨ ਕਾਰਬਨ ਦਾ ਜਦੋਂ ਬੌਂਡ ਓਵਰਲੈਪ ਹੋ ਗਿਆ, ਔਰਬਿਟਲ ਓਵਰਲੈਪ ਹੋ ਗਿਆ, ਮੀਨਸ ਉੱਥੇ ਬੌਂਡ ਬਣ ਗਿਆ ਕਾਰਬਨ ਦਾ ਕਾਰਬਨ ਨਾਲ, ਹਾਈਡਰੋਜਨ ਹਾਈਡਰੋਜਨ ਹਾਈਡਰੋਜਨ, ਠੀਕ ਹੈ। ਅਤੇ ਇਹ sp3 ਹਾਈਬ੍ਰਿਡਾਈਜੇਸ਼ਨ ਕਦੋਂ ਸ਼ੋ ਕਰਦੀ ਹੈ? ਜਦੋਂ ਆਲ ਸਿੰਗਲ ਬੌਂਡਸ ਹੋਣ, ਉਦੋਂ ਜਿਹੜੀ ਕਾਰਬਨ ਹੋਊਗੀ ਉਹ sp3 ਹਾਈਬ੍ਰਿਡਾਈਜ਼ ਹੋਊਗੀ, ਠੀਕ ਹੈ। ਕਾਰਬਨ ਦੀ ਹਾਈਬ੍ਰਿਡਾਈਜੇਸ਼ਨ ਤੁਸੀਂ ਇਸ ਤਰੀਕੇ ਨਾਲ ਚੈੱਕ ਕਰ ਸਕਦੇ ਹੋ ਕਿ ਕਾਰਬਨ ਦੇ ਜੇ ਸਾਰੇ ਬੌਂਡ ਸਿੰਗਲ ਹੈ, ਸਿਗਮਾ ਨੇ, ਤਾਂ ਉਹਦਾ ਮਤਲਬ ਕੀ ਹੈ ਕਿ ਉਹਦੀ ਹਾਈਬ੍ਰਿਡਾਈਜੇਸ਼ਨ sp3 ਹੈ, ਠੀਕ ਹੈ। ਹੁਣ ਦੂਸਰੀ ਹਾਈਬ੍ਰਿਡਾਈਜੇਸ਼ਨ ਆ ਗਈ sp2। ਇਹਦੇ 'ਚ ਕੇਸ ਲੈਂਦੇ ਹਾਂ ਆਪਾਂ CH2 ਇਥੀਨ ਦਾ, ਠੀਕ ਹੈ। ਇਥੀਨ ਦੇ ਵਿੱਚ ਦੇਖੋ 2 ਹਾਈਡਰੋਜਨ ਆ ਗਏ ਅਤੇ 2 ਡਬਲ ਬੌਂਡ ਰਹਿ ਗਏ, ਠੀਕ ਹੈ। ਹੁਣ ਇਹਦੇ ਵਿੱਚ ਜਦੋਂ ਆਪਣੇ ਕੋਲ 2 ਡਬਲ ਬੌਂਡ ਅਤੇ ਇੱਕ ਹਾਈਡਰੋਜਨ ਆ ਗਿਆ ਤਾਂ ਆਪਾਂ ਕੀ ਕਰਨਾ ਹੈਗਾ? ਉਹੀ A ਅਤੇ B ਮੰਨ ਲਓ ਇਹਨਾਂ ਨੂੰ। ਆਹ CA ਦੀ ਸਿਚੁਏਸ਼ਨ, ਇੱਧਰ ਆਪਾਂ CB ਦੀ ਲਵਾਂਗੇ। ਐਕਸਾਈਟਡ ਸਟੇਟ ਹੀ ਮੈਂ ਇਹਦੀ ਡਰੋ ਕਰ ਰਹੀ ਹਾਂ, 2s2 2p ਅਤੇ ਆਹ ਐਕਸਾਈਟਡ ਸਟੇਟ ਹੋ ਗਈ ਇਹਦੀ ਵੀ 2s 2p। ਇਲੈਕਟ੍ਰੋਨ ਇੱਕ ਆ ਗਿਆ। ਜਦੋਂ ਇਲੈਕਟ੍ਰੋਨ ਇਹਦੇ ਕੋਲ ਇੱਕ ਆ ਜਾਂਦਾ ਹੈਗਾ ਤਾਂ ਇਹ ਆਪਣੇ ਕੋਲ ਕੀ ਆ? ਹਾਂ ਦੇਖੋ, ਹਾਈਬ੍ਰਿਡਾਈਜੇਸ਼ਨ sp2 ਆ ਇੱਕ ਕਾਰਬਨ ਦੀ, ਤਾਂ ਇਹਦਾ 1s ਔਰਬਿਟਲ ਅਤੇ 2p ਦੇ sp2 sp2। ਜਿਹੜੇ ਆ ਰਹਿ ਗਿਆ ਇਹ ਅਨਹਾਈਬ੍ਰਿਡਾਈਜ਼ਡ ਰਹਿ ਗਿਆ। ਇਹਦੇ 'ਚ ਵੀ ਆ ਕੀ ਰਹਿ ਗਿਆ? ਅਨਹਾਈਬ੍ਰਿਡਾਈਜ਼ਡ। ਹਾਈਬ੍ਰਿਡਾਈਜ਼ ਸਿਰਫ ਆਹ ਚੀਜ਼ਾਂ ਹੋਈਆਂ, ਠੀਕ ਹੈ। sp2 ਦੀ ਹਾਈਬ੍ਰਿਡਾਈਜੇਸ਼ਨ ਦੀ ਸਿਚੁਏਸ਼ਨ ਇੱਥੇ ਦੇਖੋ CA ਅਤੇ CB ਹੈ। ਔਰਬਿਟਲ ਔਰਬਿਟਲ sp2 sp2 ਔਰਬਿਟਲ sp2 ਔਰਬਿਟਲ sp2 ਔਰਬਿਟਲ, ਠੀਕ ਹੈ। ਹੁਣ 2 ਹਾਈਡਰੋਜਨ ਲੱਗੇ ਆ, ਸਿਗਮਾ ਬੌਂਡ ਹੈ। ਆਹ ਦੋਨੋਂ ਹਾਈਡਰੋਜਨ ਲੱਗ ਗਏ। ਆਹ ਜਿਹੜੇ ਔਰਬਿਟਲ ਬਚੇ sp2 ਅਤੇ sp2, ਇਹਨਾਂ ਨੇ ਵੀ ਆਪਸ 'ਚ ਕੀ ਕਰ ਲਿਆ? ਓਵਰਲੈਪ ਕਰ ਲਿਆ। ਸਿਚੁਏਸ਼ਨ ਕੀ ਆ ਗਈ? C ਸਿੰਗਲ ਬੌਂਡ, ਆਹ ਸਿੰਗਲ ਬੌਂਡ ਬਣ ਗਿਆ ਕਾਰਬਨ ਕਾਰਬਨ ਦਾ, ਹਾਈਡਰੋਜਨ 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 ਹਾਈਡਰੋਜਨ, ਸਿਗਮਾ ਬੌਂਡ ਬਣ ਗਏ। ਬਚ ਗਿਆ ਕਿਹੜਾ? ਪਾਈ। ਪਾਈ ਵਾਸਤੇ ਕੀ ਆਪਣੇ ਕੋਲੇ? ਜੇ ਤੁਸੀਂ ਇੱਥੇ ਹਾਈਡਰੋਜਨ ਇੱਥੇ ਲਾ ਦਿਓ, ਠੀਕ ਹੈ। ਇਹਦੇ ਕੋਲੇ ਅਨਹਾਈਬ੍ਰਿਡਾਈਜ਼ਡ ਪਾਈ ਔਰਬਿਟਲ ਰਹਿ ਗਿਆ ਸੀ। ਅਨਹਾਈਬ੍ਰਿਡਾਈਜੇਸ਼ਨ ਦੇ ਤਾਂ ਡੰਬੈਲ ਸ਼ੇਪ ਹੀ ਹੋਊਗੀ ਕਿਉਂਕਿ ਆਪਾਂ P ਦੇ ਪੜ੍ਹਿਆ। ਇਹਨਾਂ ਕੋਲੇ ਇੱਕ ਇਲੈਕਟ੍ਰੋਨ ਹੈਗਾ।
ਜਦੋਂ ਇਹਨਾਂ ਕੋਲੇ ਇੱਕ ਇੱਕ ਇਲੈਕਟ੍ਰੋਨ ਹੈਗਾ ਤੇ ਇਹ ਕਿਹੜੀ ਓਵਰਲੈਪਿੰਗ ਕਰ ਲੈਣਗੇ ਸਾਈਡ ਵਾਈਜ਼। ਕਿਹੜੀ ਓਵਰਲੈਪਿੰਗ ਕਰਨਗੇ ਇਹ ਸਾਈਡ ਵਾਈਜ਼, ਕਿਉਂਕਿ ਪਰਪੈਂਡੀਕੂਲਰ ਪਏ ਆ ਇਹਨਾਂ ਦੀ। ਦੂਸਰੀ ਓਵਰਲੈਪਿੰਗ ਤਾਂ ਪੋਸੀਬਲ ਹੀ ਨਹੀਂ, ਇਹ ਪਰਪੈਂਡੀਕੂਲਰ ਪਏ ਆ। ਜਦੋਂ ਪਰਪੈਂਡੀਕੂਲਰ ਪਏ ਹੋਣਗੇ ਤਾਂ ਇਹਨਾਂ ਦੀ ਸਾਈਡ ਵਾਈਜ਼ ਓਵਰਲੈਪਿੰਗ ਪੋਸੀਬਲ ਹੋਊਗੀ। ਸਾਈਡ ਵਾਈਜ਼ ਓਵਰਲੈਪਿੰਗ ਦੇ ਨਾਲ ਬੌਂਡ ਕਿਹੜਾ ਬਣਦਾ ਪਾਈ। ਦੈਟ ਮੀਨਸ ਆਹ ਜਿਹੜੀ ਓਵਰਲੈਪਿੰਗ ਹੈ ਇਹ ਨਹੀਂ ਹੈਗਾ ਵੀ ਇਹ ਦੋ ਬੌਂਡ ਨਹੀਂ ਬਣੇ, ਇਹ ਇੱਕ ਹੀ ਬਣਿਆ, ਕਿਉਂਕਿ ਇੱਕ ਹੀ ਔਰਬਿਟਲ ਆ ਜਿਹੜਾ ਓਵਰਲੈਪ ਕਰ ਰਿਹਾ। ਉਹ ਤਾਂ ਲੋਬਸ ਆ ਉਹਦੀਆਂ, ਦੇਖੋ ਇਸ ਤਰੀਕੇ ਨਾਲ ਓਵਰਲੈਪਿੰਗ ਹੈ, ਇਹ ਇੱਕ ਹੀ ਬੌਂਡ ਹੈ ਇਹ। ਠੀਕ ਹੈ, ਆਪਾਂ ਉਹਨੂੰ ਸ਼ੋਅ ਇਸ ਤਰੀਕੇ ਨਾਲ ਕਰ ਰਹੇ ਹਾਂ ਕਿਉਂਕਿ ਇਲੈਕਟ੍ਰੋਨ ਵੇਵ ਹੈ, ਉਹ ਇੱਥੇ ਵੀ ਓਵਰਲੈਪ ਕਰ ਸਕਦਾ, ਇੱਥੇ ਵੀ ਕਰ ਸਕਦਾ, ਤਾਂ ਕਰਕੇ ਆਪਾਂ ਦੋਨੇ ਸ਼ੋਅ ਕਰਦੇ ਹਾਂ। ਬੌਂਡ ਇੱਕ ਹੀ ਬਣੂਗਾ। ਤਾਂ ਪਹਿਲਾਂ ਇੱਕ ਸੀਗਾ, ਇੱਕ ਆ ਪਾਈ ਬਣ ਗਿਆ ਡਬਲ ਬੌਂਡ CH2 ਆ ਇਸ ਤਰ੍ਹਾਂ ਮੋਲੀਕਿਊਲ ਬਣਦਾ। ਠੀਕ ਹੈ, ਅਤੇ ਇੱਥੇ ਹਾਈਬ੍ਰਿਡਾਈਜੇਸ਼ਨ ਕੀ ਹੈ ਇਹਦੀ ਕਾਰਬਨ ਦੀ sp2 ਮੀਨਸ ਜਦੋਂ ਕਾਰਬਨ ਕੋਲੇ ਇੱਕ ਪਾਈ ਬੌਂਡ ਹੈ ਜਾਂ ਕਹਿ ਲਓ ਡਬਲ ਬੌਂਡ ਹੈ, ਉਦੋਂ ਉਹਦੀ ਹਾਈਬ੍ਰਿਡਾਈਜੇਸ਼ਨ sp2 ਹੋਊਗੀ। ਕਿਹੜੀ ਹਾਈਬ੍ਰਿਡਾਈਜੇਸ਼ਨ ਹੋਊਗੀ sp2 ਹਾਈਬ੍ਰਿਡਾਈਜੇਸ਼ਨ ਹੋਊਗੀ। ਦੈਨ ਉਸ ਤੋਂ ਬਾਅਦ ਕੇਸ ਆ ਗਿਆ ਆਪਣੇ ਕੋਲੇ sp ਵਾਲਾ CH ਟ੍ਰਿਪਲ ਬੌਂਡ CH, ਉਵੇਂ A ਅਤੇ B CA CB ਐਕਸਾਈਟਡ ਸਟੇਟ 2s2p ਇੱਕ ਇੱਕ ਇਲੈਕਟ੍ਰੋਨ। ਹੁਣ ਇਹਦੀ ਹਾਈਬ੍ਰਿਡਾਈਜੇਸ਼ਨ sp ਹੈ ਤਾਂ s ਤੇ p। ਹੁਣ ਇਹ ਦੋਵੇਂ ਅਨਹਾਈਬ੍ਰਿਡਾਈਜ਼ਡ ਹੈ ਅਤੇ ਇਹ ਵੀ ਦੋਨੇ ਅਨਹਾਈਬ੍ਰਿਡਾਈਜ਼ਡ ਹੈ। sp ਰਹਿ ਗਿਆ। ਹੁਣ sp ਹਾਈਬ੍ਰਿਡਾਈਜੇਸ਼ਨ ਦੇ ਵਿੱਚ ਦੇਖੋ ਜੇ ca ਦੀ ਸਿਚੁਏਸ਼ਨ ਲੈਣੀ ਹੈ ਤਾਂ ਇਹ ਬਣ ਗਏ ਲੀਨੀਅਰ ਹੁੰਦੇ ਆ, ਆਪਾਂ ਪੜ੍ਹਿਆ। ਆ ਦੂਜੀ ਕਾਰਬਨ ਦੇ ਹੋ ਗਏ cb ਦੇ, ਥੋੜ੍ਹੇ ਸਹੀ ਨਹੀਂ ਬਣੇ। ca ਅਤੇ cb ਦੇ ਬਣ ਗਏ sp। ਇਹਦੇ ਨਾਲ ਵੀ ਹਾਈਡਰੋਜਨ ਲੱਗ ਗਿਆ, ਇਹਦੇ ਨਾਲ ਵੀ ਹਾਈਡਰੋਜਨ। ਇਹਨਾਂ ਨੇ ਦੋਨਾਂ ਨੇ ਆਪਸ 'ਚ ਓਵਰਲੈਪ ਕਰ ਲਿਆ। ਇਹਨਾਂ ਨੇ ਆਪਸ 'ਚ ਓਵਰਲੈਪ ਕਰ ਲਿਆ ਅਤੇ ਇੱਥੇ ਵੀ ਸਿਗਮਾ ਬੌਂਡ ਬਣ ਗਿਆ ਕਾਰਬਨ ਕਾਰਬਨ ਦਾ, ਹਾਈਡਰੋਜਨ ਹਾਈਡਰੋਜਨ। ਹੁਣ ਅਨਹਾਈਬ੍ਰਿਡਾਈਜ਼ਡ ਦੋ ਇਹਦੇ ਕੋਲੇ ਪਏ ਆ, ਅਨਹਾਈਬ੍ਰਿਡਾਈਜ਼ਡ ਔਰਬਿਟਲ ਦੋ ਹੀ ਇਹਦੇ ਕੋਲੇ ਪਏ ਆ। ਇਹ ਦੋਨੇ ਫਿਰ ਕਿਹੜੀ ਓਵਰਲੈਪਿੰਗ ਕਰਨਗੇ ਸਾਈਡ ਵਾਈਜ਼, ਕਿਉਂਕਿ ਐਕਸੀਅਲ ਤਾਂ ਇਹਨਾਂ ਦੀ ਪੋਸੀਬਲ ਨਹੀਂ ਰਹਿ ਗਈ ਹੁਣ। ਠੀਕ ਹੈ, ਅਤੇ ਇਹ ਸਾਈਡ ਵਾਈਜ਼ ਇਹ ਇਹਦੇ ਨਾਲ ਕਰ ਗਿਆ, ਜਿਹੜਾ ਉੱਪਰਲਾ ਉਹ ਇਹਦੇ ਨਾਲ ਕਰ ਗਿਆ। ਫਿਰ ਹੁਣ ਨਵੇਂ ਕਿੰਨੇ ਬੌਂਡ ਬਣ ਗਏ ਦੋ, ਕਿਉਂਕਿ ਦੋ ਹੀ ਔਰਬਿਟਲ ਸੀਗੇ ਹਰੇਕ ਕੋਲੇ, ਤਾਂ ਦੋਨਾਂ ਨੇ ਸਾਈਡ ਵਾਈਜ਼ ਓਵਰਲੈਪਿੰਗ ਕਰ ਲਈ ਤਾਂ ਦੋ ਪਾਈ ਬੌਂਡ ਬਣ ਗਏ। ਤਾਂ ਸਿਚੁਏਸ਼ਨ ਇੱਕ ਬੌਂਡ ਸਿੰਗਲ ਤਾਂ ਪਹਿਲਾਂ ਹੀ ਸੀਗਾ ਆਹ ਵਾਲਾ, ਅਤੇ ਉਦੋਂ ਬਾਅਦ ਦੋ ਨਵੇਂ ਬਣ ਗਏ H ਅਤੇ ਇਹ ਬਣ ਗਈ ਆਪਣੇ ਕੋਲੇ sp ਹਾਈਬ੍ਰਿਡਾਈਜੇਸ਼ਨ, ਅਤੇ ਮੋਲੀਕਿਊਲ ਹੋ ਗਿਆ ਲੀਨੀਅਰ। ਅਤੇ ਜਦੋਂ ਮਤਲਬ ਕੀ ਆ ਕਾਰਬਨ ਟ੍ਰਿਪਲ ਬੌਂਡ ਬਣਾਉਂਦੀ ਆ ਉਹਦੀ ਹਾਈਬ੍ਰਿਡਾਈਜੇਸ਼ਨ sp ਹੋ ਜਾਂਦੀ ਹੈ। ਕਾਰਬਨ ਕਾਰਬਨ ਸਿੰਗਲ ਬੌਂਡ 'ਤੇ sp3 ਹਾਈਬ੍ਰਿਡਾਈਜੇਸ਼ਨ ਟੈਟਰਾਹਾਈਡਰਲ ਜਿਓਮੈਟਰੀ, ਡਬਲ ਬੌਂਡ 'ਤੇ sp2 ਹਾਈਬ੍ਰਿਡਾਈਜੇਸ਼ਨ ਟਰਾਇਗਨਲ ਪਲੇਨਰ ਜਿਓਮੈਟਰੀ, ਟ੍ਰਿਪਲ ਬੌਂਡ 'ਤੇ sp ਅਤੇ ਲੀਨੀਅਰਸ਼ਿਪ। ਆਹ ਚੀਜ਼ ਇੰਪੋਰਟੈਂਟ ਹੈ ਕਿ ਕਾਰਬਨ ਦੀ ਯੂਨੀਕ ਪ੍ਰੋਪਰਟੀ ਹੈ ਕਿ ਉਹ ਡਬਲ ਟ੍ਰਿਪਲ ਬੌਂਡ ਬਣਾਉਂਦਾ ਅਤੇ ਇੰਨੀਆਂ ਤਿੰਨ ਹਾਈਬ੍ਰਿਡਾਈਜੇਸ਼ਨਸ ਆ ਜਿਹੜੀਆਂ ਉਹ ਸ਼ੋਅ ਕਰਦਾ। ਠੀਕ ਹੈ, ਉਸ ਤੋਂ ਬਾਅਦ ਤੁਸੀਂ ਹਾਈਬ੍ਰਿਡਾਈਜੇਸ਼ਨ ਕਿਵੇਂ ਕੈਲਕੂਲੇਟ ਕਰਨੀ ਹੈ। ਹਾਈਬ੍ਰਿਡਾਈਜੇਸ਼ਨ ਕੈਲਕੂਲੇਟ ਕਰਨ ਵਾਸਤੇ ਮੈਥਡਸ ਫॉर ਕੈਲਕੂਲੇਟਿੰਗ ਹਾਈਬ੍ਰਿਡਾਈਜੇਸ਼ਨ। ਦੋ ਮੈਥਡ ਨੇ ਆਪਣੇ ਕੋਲ। ਫਸਟ ਹੈਗਾ ਇਫ ਸਟਰਕਚਰ ਆਫ ਮੋਲੀਕਿਊਲ ਇਜ਼ ਗਿਵਨ। ਜੇ ਮੋਲੀਕਿਊਲ ਦੀ ਸਟਰਕਚਰ ਦਿੱਤੀ ਹੋਈ ਹੈ ਤੁਹਾਨੂੰ, ਫਿਰ ਕਿਵੇਂ ਮੰਨ ਲਓ ਅਮੋਨੀਆ ਦੀ ਤੁਹਾਨੂੰ ਸਟਰਕਚਰ ਦੇਤੀ ਵੀ ਆਹ ਸਟਰਕਚਰ ਆ ਅਤੇ ਇਹਦੀ ਨਾਈਟ੍ਰੋਜਨ ਦੀ ਹਾਈਬ੍ਰਿਡਾਈਜੇਸ਼ਨ ਫਾਈਂਡ ਕਰੋ, ਤਾਂ ਉਦੋਂ ਫਾਰਮੂਲਾ ਕੀ ਹੁੰਦਾ ਆਪਣੇ ਕੋਲ ਹਾਈਬ੍ਰਿਡਾਈਜੇਸ਼ਨ ਇਜ਼ ਇਕੁਅਲ ਟੂ ਨੰਬਰ ਆਫ ਸਿਗਮਾ ਬੌਂਡ ਪਲੱਸ ਲੋਨ ਪੇਅਰ। ਠੀਕ ਹੈ, ਹੁਣ ਇਹਦੇ 'ਤੇ ਦੇਖੋ ਨੰਬਰ ਆਫ ਸਿਗਮਾ ਬੌਂਡ ਕਿੰਨੇ ਆ 3, ਸਿਗਮਾ ਬੌਂਡ ਕਿੰਨੇ ਆ ਗਏ 3, ਲੋਨ ਪੇਅਰ ਕਿੰਨੇ ਆ ਗਏ 1, ਟੋਟਲ ਕਿੰਨਾ ਹੋ ਗਿਆ ਇਹ 4। ਅਤੇ ਜਦੋਂ 4 ਚੀਜ਼ਾਂ ਹੁੰਦੀਆਂ ਅਤੇ ਜਿਓਮੈਟਰੀ ਕੀ ਹੁੰਦੀ ਹੈ ਆਪਣੇ ਕੋਲ sp3। 2 ਆਉਂਦਾ ਤੁਹਾਡੇ ਕੋਲ ਇਹਦਾ ਆਨਸਰ
ਤਾਂ ਜਿਓਮੈਟਰੀ SP 3 ਆਉਂਦਾ, SP2 4 ਆਉਂਦਾ, ਇਹਦਾ ਸਮ SP3 5 ਆਉਂਦਾ, SP3D 6 ਆਉਂਦਾ, SP3D2 7 ਆਉਂਦਾ, SP3D3। ਆਹ ਚੀਜ਼ ਯਾਦ ਰੱਖਣੀ ਪਊਗੀ ਤੁਹਾਨੂੰ ਕਿ ਜੇ ਇਹਦਾ ਸਮ ਕਿੰਨਾ ਆਉਂਦਾ। ਠੀਕ ਹੈ, ਇਹਦਾ ਸਮ 4 ਆਇਆ ਤਾਂ 4 ਤੁਹਾਡੇ ਕੋਲ SP3 ਹਾਈਬ੍ਰਿਡਾਈਜੇਸ਼ਨ ਆ ਗਈ। ਸਿਮਿਲਰਲੀ ਜੇ ਤੁਸੀਂ ਮਤਲਬ ਕੈਲਕੂਲੇਟ ਕਰਨੀ ਹੈਗੀ ਆ, ਬਟ ਇਹਦੇ 'ਚ ਕੰਡੀਸ਼ਨ ਹੈ ਕਿ ਤੁਹਾਨੂੰ ਸਟਰਕਚਰ ਗਿਵਨ ਹੋਵੇ, ਸਟਰਕਚਰ ਮਸਟ ਬੀ ਗਿਵਨ। ਠੀਕ ਹੈ, ਅਗਰ ਸਟਰਕਚਰ ਨਹੀਂ ਦਿੱਤੀ ਫਿਰ ਤੁਸੀਂ ਇਹ ਫਾਰਮੂਲਾ ਨਹੀਂ ਅਪਲਾਈ ਕਰ ਸਕਦੇ। ਫਿਰ ਆਪਣੇ ਕੋਲ ਹੁੰਦਾ ਦੂਸਰਾ ਫਾਰਮੂਲਾ, ਸੈਕਿੰਡ ਮੈਥਡ ਹੈ, ਇਫ ਸਟਰਕਚਰ ਇਜ਼ ਨੋਟ ਗਿਵਨ। ਅਗਰ ਸਟਰਕਚਰ ਨਹੀਂ ਗਿਵਨ ਹੈਗੀ ਫਿਰ ਤੁਸੀਂ ਕੀ ਕਰਨਾ ਹੈ, ਤਾਂ ਉਹਦੇ ਵਿੱਚ ਆਪਣੇ ਕੋਲ ਹੈਗਾ ਹਾਫ ਨੰਬਰ ਆਫ ਵੈਲੈਂਸ ਸ਼ੈਲ ਇਲੈਕਟ੍ਰੋਨ ਪਲੱਸ ਨੈਗੇਟਿਵ ਚਾਰਜ। ਨੈਗੇਟਿਵ ਚਾਰਜ ਨੂੰ ਸਿਰਫ ਉਹਦਾ ਮੈਗਨੀਟਿਊਡ ਲੈਣਾ, ਵਿਦ ਸਾਈਨ ਨਹੀਂ ਲੈਣਾ, ਮਾਈਨਸ ਪੋਜ਼ੀਟਿਵ ਚਾਰਜ ਔਨ ਦਾ ਮੋਲੀਕਿਊਲ, ਪੂਰੇ ਮੋਲੀਕਿਊਲ 'ਤੇ ਜਿਹੜਾ ਹੋਊਗਾ, ਇਹ ਵੀ ਔਨ ਦਾ ਮੋਲੀਕਿਊਲ। ਠੀਕ ਹੈ, then plus number of monovalent ions, monovalent atoms, monovalent which made single bond, ਜਿਨ੍ਹਾਂ ਦਾ ਸਿੰਗਲ ਬੌਂਡ ਬਣਾਉਂਦੇ ਆ, ਜਿਹੜੇ ਸਿੰਗਲ ਬੌਂਡ ਕਿਹੜੇ ਬਣਾਉਂਦੇ ਹੈਗੇ, ਜਿਵੇਂ ਹਾਈਡਰੋਜਨ ਹੋ ਗਿਆ, ਫਲੋਰੀਨ ਹੋ ਗਿਆ, ਕਲੋਰੀਨ ਹੋ ਗਿਆ, ਬ੍ਰੋਮੀਨ ਹੋ ਗਿਆ, ਸੋਡੀਅਮ ਹੋ ਗਿਆ, ਠੀਕ ਹੈ, ਪੋਟਾਸ਼ੀਅਮ ਹੋ ਗਿਆ, ਇਹ ਸਾਰੇ ਕੀ ਆ, ਮੋਨੋਵੈਲੈਂਟ ਨੇ। ਬਾਕੀ ਤੁਹਾਨੂੰ ਵੈਸੇ ਪਤਾ ਲੱਗ ਜੂਗਾ ਕਿ ਮੋਨੋਵੈਲੈਂਟ ਹੈਗੇ ਆ ਕਿ ਨਹੀਂ ਹੈਗੇ। ਠੀਕ ਹੈ, ਅਤੇ ਇਹਦੇ ਨਾਲ ਜੇ ਹੁਣ ਮੰਨ ਲਓ ਤੁਸੀਂ NH3 ਦੀ ਹੀ ਫਾਈਂਡ ਕਰਨੀ ਹੈ, ਤੁਹਾਨੂੰ ਨਾਈਟ੍ਰੋਜਨ ਦੀ ਕਹਿ ਤਾ ਇਹਦੇ ਵਿੱਚ, ਤਾਂ ਹਾਫ ਵੈਲੈਂਸ ਸ਼ੈਲ ਇਲੈਕਟ੍ਰੋਨ। ਠੀਕ ਹੈ, ਨੰਬਰ ਆਫ ਵੈਲੈਂਸ ਸ਼ੈਲ ਇਲੈਕਟ੍ਰੋਨ ਆਪਣੇ ਕੋਲ 5 ਹੈ, ਪਲੱਸ ਨੈਗੇਟਿਵ ਚਾਰਜ ਕੋਈ ਨਹੀਂ 0, ਪੋਜ਼ੀਟਿਵ ਚਾਰਜ ਕੋਈ ਨਹੀਂ, ਮੋਨੋਵੈਲੈਂਟ ਐਟਮ ਮੀਨ ਸਿੰਗਲ ਬੌਂਡ। ਹਾਈਡਰੋਜਨ ਦੇ ਤਿੰਨੋਂ ਕੀ ਆ, ਸਿੰਗਲ ਬੌਂਡ ਆ, 3 ਮੋਨੋਵੈਲੈਂਟ ਐਟਮ ਹੋ ਗਏ, ਇਹਨੂੰ ਐਡ ਕੀਤਾ 1/2 4 8 4 ਆਨਸਰ ਆ ਗਿਆ, 4 ਆਨਸਰ ਆ ਗਿਆ ਤਾਂ ਜਿਓਮੈਟਰੀ ਤੁਹਾਡੇ ਕੋਲ SP3 ਆ। ਇਹ ਟੇਬਲ ਯਾਦ ਕਰਨਾ ਹੈ ਤੁਸੀਂ ਦੋਨੋਂ ਮੈਥਡਸ ਦੇ ਵਿੱਚ। ਠੀਕ ਹੈ, ਕਿ ਤੁਹਾਡੇ ਕੋਲ ਜਿਹੜਾ ਆਨਸਰ ਆ ਉਹ ਕਿਹੜਾ ਆ ਰਿਹਾ ਹੈਗਾ, ਜਿਹੜਾ ਤੁਹਾਡੇ ਕੋਲ ਆਨਸਰ ਆ ਰਿਹਾ ਹੋਊਗਾ ਉਹੀ ਤੁਹਾਡੇ ਕੋਲ ਕੀ ਆਉਂਦੀ ਆ, ਆਪਣੇ ਕੋਲ ਹਾਈਬ੍ਰਿਡਾਈਜੇਸ਼ਨ ਦੇ ਕੋਰਸਪੋਂਡਿੰਗ ਆ ਆਊਗੀ। ਅਤੇ ਆਹ ਟੇਬਲ ਤੁਸੀਂ ਯਾਦ ਕਰਨਾ। ਟੇਕ ਮੋਰ ਐਗਜ਼ਾਮਪਲਸ ਐਂਡ ਟਰਾਈ ਥੀਜ਼ ਮੈਥਡਸ ਐਂਡ ਇਫ ਯੂ ਫਾਈਂਡ ਐਨੀ ਕਾਈਂਡ ਆਫ ਪ੍ਰੋਬਲਮ ਦੈਨ ਆਸਕ ਮੀ। ਠੀਕ ਹੈ, with this your hybridization topic has been completed from my side, and try to do more and more type of numericals on base of these kind of methods, because generally ਉਹ ਆਹੀ ਚੀਜ਼ਾਂ ਪੁੱਛਦੇ ਆ ਕੰਪੀਟੀਟਿਵ ਐਗਜ਼ਾਮਸ ਦੇ ਵਿੱਚ ਕਿ ਇਹਦੀ ਹਾਈਬ੍ਰਿਡਾਈਜੇਸ਼ਨ ਕੈਲਕੂਲੇਟ ਕਰੋ। ਆਇਨਸ ਦੀ ਜ਼ਿਆਦਾ ਦਿੰਦੇ ਆ ਤਾਂ ਤੁਸੀਂ ਆਇਨਸ ਦੀ ਜਿਹੜੀ ਹੈਗੀ ਜਿੰਨੀ ਪ੍ਰੈਕਟਿਸ ਕਰ ਸਕਦੇ ਹੋ ਕਰਨੀ ਹੈ। ਓਕੇ ਰਾਜੇ।